ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਅਕਾਲ ਚੈਨਲ ਦਾ ਸਿੱਖ ਵਿਦਵਾਨਾਂ ਨੂੰ ਸਮਰਪਿਤ YouTube ਚੈਨਲ ਅਕਾਲ ਆਡੀਓ ਬੁੱਕਸ। ਮੈਂ ਸੰਦੀਪ ਸਿੰਘ ਲੈ ਕੇ ਹਾਜ਼ਰ ਹਾਂ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਬਿਖਮੈ ਅੰਮ੍ਰਿਤ, ਜਿਸ ਦਾ 6ਵਾਂ ਅਧਿਆਇ ਹੈ ਹਿੰਦੂ ਸਿੱਖ ਏਕਤਾ। ਇਸ ਤੋਂ ਪਿਛਲੇ ਅਧਿਆਇ ਦੇ ਵਿੱਚ ਪੰਜਾਬ ਦਾ ਬਟਵਾਰਾ ਅਤੇ ਸਿੱਖ ਨੇਤਾ ਦੇ ਵਿੱਚ ਲੇਖਕ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਬਟਵਾਰੇ ਸਮੇਂ ਕੁਝ ਸਿੱਖ ਨੇਤਾਵਾਂ ਦੀਆਂ ਨੀਤੀਆਂ ਕਾਰਨ ਪੰਜਾਬ ਨੂੰ ਕਿੰਨਾ ਨੁਕਸਾਨ ਝੱਲਣਾ ਪਿਆ। ਆਓ ਹੁਣ ਸ਼ੁਰੂਆਤ ਕਰਦੇ ਹਾਂ 6ਵਾਂ ਅਧਿਆਇ ਹਿੰਦੂ ਸਿੱਖ ਏਕਤਾ। ਹਿੰਦੂ ਸਿੱਖ ਏਕਤਾ ਜ਼ਿੰਦਾਬਾਦ, ਹਿੰਦੂ ਸਿੱਖ ਏਕਤਾ ਜ਼ਿੰਦਾਬਾਦ। ਮੈਂ ਧਿਆਨ ਨਾਲ ਸੁਣਿਆ, ਅੱਗੇ ਵੀ ਕਈ ਵਾਰ ਸੁਣਦਾ ਰਹਿਣਾ। ਇਹ ਪਿਛਲੇ 15-20 ਸਾਲਾਂ ਤੋਂ ਨਾਰਾ ਚੱਲ ਰਿਹਾ ਹੈ। ਅੱਜ ਤੋਂ ਸਾਲ 1969 ਵਿੱਚ ਜਿਸ ਵੇਲੇ ਦੋਵੇਂ ਅਕਾਲੀ ਦਲ ਇਕੱਠੇ ਹੋਏ ਸੀ, ਉਦੋਂ ਮੈਂ ਵੀ ਪੰਥ ਦਾ ਸੇਵਕ ਸ਼ਾਮਿਲ ਸੀ। ਫਿਰ ਇਕੱਲਾ ਰਹਿ ਗਿਆ। ਲੋਕਾਂ ਜਿਹੜੇ ਬਾਕੀ ਭਰਾ ਸੀ, ਉਹਨਾਂ ਦੇ ਵਿਚਾਰ ਕੁਝ ਹੋਰ ਤਰ੍ਹਾਂ ਦੇ ਸੀ। ਮੈਂ ਆਪਣੀ ਪਗਡੰਡੀ ਤੇ ਤੁਰ ਪਿਆ, ਉਹ ਆਪਣੀ ਸ਼ਾਹ ਰਾਹ ਤੇ ਤੁਰ ਪਏ। ਉਹ ਜਿਹੜੀ ਸ਼ਾਹ ਰਾਹ ਅਕਾਲੀ ਦਲ ਨੇ ਪਾਈ, ਇਹ ਨਾਰਾ ਉੱਥੋਂ ਸ਼ੁਰੂ ਹੋਇਆ, ਹਿੰਦੂ ਸਿੱਖ ਏਕਤਾ ਜ਼ਿੰਦਾਬਾਦ, ਹਿੰਦੂ ਸਿੱਖ ਏਕਤਾ ਜ਼ਿੰਦਾਬਾਦ। ਇਸ ਦੇ ਅਰਥ ਅੱਜ ਮੈਂ ਤੁਹਾਨੂੰ ਖੋਲ ਕੇ ਦੱਸਾਂ। ਮਨੋਵਿਗਿਆਨ ਦੇ ਪੰਡਤ ਜਿਹੜੇ ਹਨ, ਜਿਨ੍ਹਾਂ ਨੂੰ ਮਨੁੱਖੀ ਰੁਚੀਆਂ ਦੇ ਅੰਤਰੀ ਭਾਵ ਨੂੰ ਪਛਾਣਨ ਵਾਲੇ ਵਿਦਵਾਨ, ਉਹਨਾਂ ਨੂੰ ਕਹਿੰਦੇ ਹਨ ਸਾਈਕੋਨੋਲਿਸਟ ਜਾਂ ਐਕਸਪਰਟਸ ਇਨ ਸਾਈਕੋਲੋਜੀ। ਉਹਨਾਂ ਵਿੱਚੋਂ ਤੁਸੀਂ ਕਿਸੇ ਨਾਲ ਗੱਲ ਕਰਕੇ ਵੇਖ ਲਵੋ, ਉਹ ਜੋ ਮੈਂ ਹੁਣ ਕਹਿਣ ਲੱਗਾ ਇਸ ਦੀ ਤਾਇਦ ਕਰਨਗੇ। ਇਹ ਨਾਰਾ ਜਿਹੜਾ ਕੌਮ, ਜਿਹੜਾ ਜੱਥਾ ਵੀ ਲਾਉਂਦਾ ਹੈ, ਉਸਦੇ ਦੋ ਭਾਵ ਹਨ। ਇੱਕ ਭਾਵ ਤੇ ਇਹ ਹੈ ਕਿ ਉਹ ਅੰਦਰੋਂ ਬੜਾ ਡਰਿਆ ਹੋਇਆ ਹੈ ਅਤੇ ਭੈਭੀਤ ਹੈ। ਸੱਪ ਉਸ ਵੇਲੇ ਵੜਦਾ ਹੈ ਜਿਸ ਵੇਲੇ ਉਸ ਨੂੰ ਪਤਾ ਲੱਗੇ ਕਿ ਇਹ ਮੈਨੂੰ ਮਾਰੂਗਾ। ਸ਼ੇਰ ਤੱਕ ਵੀ ਇਹੀ ਮਸ਼ਹੂਰ ਹੈ, ਇਹ ਹਮਲਾ ਨਹੀਂ ਕਰਦਾ ਜਿੰਨਾ ਚਿਰ ਇਸ ਨੂੰ ਇਹ ਸ਼ੱਕ ਨਾ ਪਵੇ ਕਿ ਇਹ ਮੇਰੇ ਉੱਤੇ ਹਮਲਾ ਕਰੂ। ਚੁੱਪ ਕਰਕੇ ਖੜ ਜਾਓ। ਸ਼ੇਰ ਨੂੰ ਜੰਗਲ ਵਿੱਚ ਮਿਲੋ ਤਾਂ ਉਹ ਵੀ ਦੇਖ ਕੇ ਡਰਦਾ ਮਾਰਾ ਪੂੰਛ ਦਬਾ ਕੇ ਪਰਾਂ ਨੱਸ ਜਾਂਦਾ ਹੈ। ਇਸੇ ਤਰ੍ਹਾਂ ਜਿੰਨੇ ਜ਼ਹਿਰੀਲੇ ਜਾਨਵਰ ਹਨ, ਉਹ ਕਦੇ ਹਮਲਾ ਨਹੀਂ ਕਰਦੇ। ਕੁੱਤਾ ਤੱਕ ਨਹੀਂ ਵੜਦਾ। ਜਦੋਂ ਤੱਕ ਉਹ ਭੌਂਕਦਾ ਹੈ, ਉਹ ਤੁਹਾਨੂੰ ਚੈਲੰਜ ਨਹੀਂ ਦੇ ਰਿਹਾ ਹੁੰਦਾ, ਉਹ ਡਰ ਰਿਹਾ ਹੁੰਦਾ ਹੈ ਕਿ ਇਹ ਕਿੱਥੋਂ ਆ ਗਿਆ, ਮੇਰੇ ਇੱਟ ਨਾ ਮਾਰੇ ਚੱਕ ਕੇ, ਮੇਰੇ ਡਾਂਗ ਨਾ ਮਾਰੇ ਚੱਕ ਕੇ। ਇਹ ਮੈਂ ਹਾਸੇ ਦੀ ਗੱਲ ਨਹੀਂ ਕਰ ਰਿਹਾ, ਬੜੀ ਡੂੰਗੀ ਗੱਲ ਕਰ ਰਿਹਾ। ਮਨੋਵਿਗਿਆਨ ਦੇ ਜਿਹੜੇ ਪੰਡਤ ਹਨ, ਉਹ ਸਾਰੇ ਇਸ ਗੱਲ ਉੱਤੇ ਸਹਿਮਤ ਹਨ। ਜਿਸ ਵੇਲੇ ਸਿੱਖਾਂ ਦੇ ਮੂੰਹ ਵਿੱਚ ਇਹ ਨਾਰਾ ਪਾਇਆ ਗਿਆ, ਹਿੰਦੂ ਸਿੱਖ ਏਕਤਾ ਜ਼ਿੰਦਾਬਾਦ, ਜਿੱਥੇ ਜਾਓ ਕਹੋ ਹਿੰਦੂ ਸਿੱਖ ਏਕਤਾ ਜ਼ਿੰਦਾਬਾਦ, ਹਿੰਦੂ ਸਿੱਖ ਏਕਤਾ ਅਮਰ ਰਹੇ। ਇਹਦਾ ਮਤਲਬ ਇਹ ਹੈ ਕਿ ਸਿੱਖ ਕਿਸੇ ਗੱਲ ਤੋਂ ਭੈਭੀਤ ਹੋਏ ਹਨ, ਡਰੇ ਹੋਏ ਹਨ। ਸਿੱਖਾਂ ਨੂੰ ਡਰ ਇਹ ਹੈ ਕਿ ਕੋਈ ਮਨ ਪੈ ਜਿਹਾ ਪਤਾ ਨਹੀਂ ਕਿ ਕੀ ਪੈ ਹੈ। ਇਹ ਸਾਡੇ ਜਿਹੜੇ ਲੀਡਰ ਹਨ, ਮਹਾਨ ਆਗੂ, ਉਹ ਸੋਚਣ। ਉਹ ਜਿਹੜਾ ਪੈ ਹੈ, ਉਸ ਨੂੰ ਦੂਰ ਕਰਨ ਦਾ ਕੋਈ ਮਤਾ ਪੇਸ਼ ਹੀ ਨਹੀਂ ਹੋਇਆ। ਕੋਈ ਉਸ ਦੇ ਉੱਪਰ ਸੋਚਣੀ ਨਹੀਂ, ਕੋਈ ਉਸ ਪਾਸੇ ਵੱਲ ਵਿਚਾਰ ਨਹੀਂ ਕਰ ਰਿਹਾ ਕਿ ਉਹ ਕੀ ਭੈ ਹੈ ਜਿਹਦੇ ਵਿੱਚੋਂ ਸਿੱਖ ਮਜਬੂਰ ਹੋ ਰਹੇ ਹਨ। ਜਦੋਂ ਚਾਰ ਸਿੱਖ ਇਕੱਠੇ ਹੁੰਦੇ ਹਨ ਆਪਣੇ ਬਚਾਅ ਵਾਸਤੇ, ਉਹ ਕਹਿੰਦੇ ਹਨ ਹਿੰਦੂ ਸਿੱਖ ਏਕਤਾ ਜ਼ਿੰਦਾਬਾਦ, ਹਿੰਦੂ ਸਿੱਖ ਏਕਤਾ ਜ਼ਿੰਦਾਬਾਦ। ਇੱਕ ਇਸ ਦੇ ਅਰਥ ਹੋਰ ਵੀ ਹੋ ਸਕਦੇ ਹਨ। ਕਈ ਜਿਹੜੇ ਲੜਾਈ ਜੰਗ ਯੁੱਧ ਦੇ ਵਿੱਚ ਕੌਮਾਂ ਜਾਂਦੀਆਂ ਹਨ, ਉਸ ਵੇਲੇ ਆਪਣੇ ਦੁਸ਼ਮਣ ਨੂੰ, ਸ਼ਤਰੂ ਨੂੰ ਧੋਖਾ ਦੇਣ ਵਾਸਤੇ ਇਸ ਕਿਸਮ ਦੀ ਨਾਅਰੇਬਾਜ਼ੀ ਕਰਦੀ ਹੈ ਕਿ ਉਹ ਭੁਲੇਖਾ ਖਾ ਜਾਣ ਅਤੇ ਉਹਨਾਂ ਨੂੰ ਭੁਲੇਖਾ ਦੇ ਕੇ ਮਾਰ ਦਈਏ। ਉਹ ਪ੍ਰਗਤੀ, ਉਹ ਗੱਲ ਤਾਂ ਸਿੱਖਾਂ ਦੀ ਹੈ ਨਹੀਂ। ਸਿੱਖ ਕਿਸੇ ਯੁੱਧ ਵਿੱਚ ਨਹੀਂ, ਕਿਸੇ ਮੋਰਚੇ ਵਿੱਚ ਨਹੀਂ। ਸਿੱਖ ਤਾਂ ਡਿਫੈਂਸ ਦੀ ਲੜਾਈ ਪਿੱਛੇ ਹਟ ਰਹੇ ਹਨ ਤੇ ਪਸਪਾ ਹੋ ਰਹੇ ਹਨ ਅਤੇ ਆਪਣੇ ਬਚਾਅ ਦਾ ਯਤਨ ਕਰ ਰਹੇ ਹਨ। ਜਿਸ ਤਰ੍ਹਾਂ ਅਸੀਂ ਵੱਡੇ ਘੱਲੂਘਾਰੇ ਦੇ ਵਿੱਚ ਕੀਤਾ ਸੀ, ਉਸਦੇ ਵਿੱਚ ਜਿਹੜਾ ਨਾਰਾ ਲਾਈ ਜਾਣਾ, ਇਹ ਵੀ ਉਹੀ ਅਰਥ ਬਣਦੇ ਹਨ। ਅਸੀਂ ਡਰੇ ਹੋਏ ਹਾਂ। ਹਿੰਦੂ ਭਰਾਵੋ, ਸਾਡੇ ਤੇ ਤਰਸ ਕਰਨਾ, ਸਾਨੂੰ ਹੋਰ ਨਾ ਮਾਰਨਾ। ਹਿੰਦੂ ਸਿੱਖ, ਹਾ ਹਾ ਹਾ। ਹੱਸੋ, ਹੱਸਣ ਵਾਲੀ ਗੱਲ ਹੈ ਨਹੀਂ ਮੁੰਡਿਓ, ਤੁਸੀਂ ਹੱਸ ਰਹੇ ਹੋ। ਮੈਂ ਤੁਹਾਨੂੰ ਗੱਲ ਬੜੀ ਡੂੰਗੀ ਅਤੇ ਮਨੋਵਿਗਿਆਨ ਦੇ ਅਸੂਲ ਹਨ, ਉਹਨਾਂ ਬਾਰੇ ਤੁਹਾਨੂੰ ਦੱਸ ਰਿਹਾ। ਇਹ ਹੱਸਣ ਵਾਲੀ ਗੱਲ ਹੈ ਨਹੀਂ, ਇਹ ਜਾਂ ਤਾਂ ਸ਼ਰਮ ਵਾਲੀ ਗੱਲ ਹੈ, ਜਾਂ ਜਿਸ ਦੁਰਗਤੀ ਵਿੱਚੋਂ ਇਹ ਕੌਮ ਲੰਘ ਰਹੀ ਹੈ, ਇਸ ਦੁਰਗਤੀ ਦਾ ਪ੍ਰਗਟਾਵਾ ਇਹ ਨਾਰਾ ਹੈ ਜਿਹੜਾ ਕਿ ਦਿੱਤਾ ਜਾ ਰਿਹਾ ਹੈ। ਖਾਲਸਾ ਜੀ, ਸਾਰੇ ਸੰਸਾਰ ਦੀ ਤਵਾਰੀਖ ਪੜ੍ਹ ਲਵੋ। ਜਦੋਂ ਕਿਸੇ ਇੱਕ ਕੌਮ ਨੇ ਦੂਜੀ ਕੌਮ ਨੂੰ ਮਾਰਨਾ ਹੋਵੇ
ਖਤਮ ਕਰਨਾ ਹੋਵੇ, ਦੁਬੇਲ ਬਣਾਉਣਾ ਹੋਵੇ, ਜਾਂ ਦੱਸਿਓ ਬਣਾ ਕੇ ਦਾਸ ਬਣਾ ਕੇ ਘਟੀਆ ਦਰਜੇ ਦਾ ਬਣਾ ਕੇ ਰੱਖ ਲੈਣਾ ਹੋਵੇ। 3-4 ਢੰਗ ਸੋਚੇ ਸਮਝੇ ਹੋਏ ਪਿਛਲੇ 2000 ਸਾਲ ਦੀ ਤਾਰੀਖ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ। ਇੱਕ ਹੈ ਪਹਿਲਾ ਢੰਗ, ਜਿਹੜਾ ਉਹਨਾਂ ਦੇ ਕੁਝ ਸਿਰਕੱਢ ਲੀਡਰ ਹਨ। ਜਿਹੜਾ ਕੋਈ ਗੱਲ ਸੱਚੀ ਕਰਦਾ ਹੈ ਜਾਂ ਡਰਦਾ ਨਹੀਂ, ਲੱਗਦਾ ਹੈ ਇਹ ਫਲਾਣਾ ਲੀਡਰ ਗੱਲ ਐਨ ਖੁੱਲ੍ਹ ਕੇ ਕਹਿੰਦਾ ਹੈ, ਉਹੋ ਜੇ 2-4 ਫੜ ਕੇ ਖਤਮ ਕਰ ਦੇਣੇ। ਮੁਗਲਾਂ ਨੇ ਸਿੱਖ ਗੁਰੂ ਸਾਹਿਬਾਨਾਂ ਦੇ ਖਿਲਾਫ ਜਿਹੜਾ ਹਰਬਾ ਵਰਤਿਆ ਸੀ, ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕਰਨ ਦਾ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ, ਉਹੀ ਇਹ ਤਰੀਕਾ ਸੀ। ਇਹ ਖਤਮ ਹੋ ਜਾਣਗੇ। ਆਪੇ ਪਿੱਛੇ ਲੋਕਾਂ ਨੂੰ ਕੋਈ ਅਗਵਾਈ ਦੇਣ ਵਾਲਾ ਰਹੇਗਾ ਨਹੀਂ, ਨਾ ਹੌਸਲਾ ਦੇਣ ਵਾਲਾ ਰਹੇਗਾ। ਇਹ ਡਰ ਕੇ ਦਬੜੂ ਕੁਸੜੂ ਬਣ ਕੇ ਚੁੱਪ ਕਰਕੇ ਬਹਿ ਜਾਣਗੇ। ਇਹ ਤਰੀਕਾ ਕੋਈ ਮੁਗਲਾਂ ਨੇ ਨਹੀਂ ਵਰਤਿਆ, ਇਹ ਸੰਸਾਰ ਤੋਂ ਸਦਾ ਚੱਲਦਾ ਆਇਆ ਹੈ। ਸਿੱਖ ਲੀਡਰਾਂ ਨੂੰ ਫੜ ਲਵੋ। ਪੁਲਿਸ ਵਾਲੇ ਜਦੋਂ ਵੀ ਕਿਸੇ ਪਿੰਡ ਜਾਂਦੇ ਹਨ, ਸਭ ਤੋਂ ਪਹਿਲਾਂ ਪੁੱਛਦੇ ਹਨ 10 ਨੰਬਰ ਦੇ ਬਦਮਾਸ਼ ਕਿਹੜੇ-ਕਿਹੜੇ ਅਤੇ ਦੂਸਰੇ ਕਿਹੜੇ-ਕਿਹੜੇ। ਉਹਨਾਂ ਨੂੰ ਬੁਲਾਓ, ਪਿੰਡ ਵਿੱਚ ਲਿਆ ਕੇ ਕੁੱਟੋ ਮਾਰੋ। ਕੋਈ ਗੱਲ ਨਾ ਕੋਈ ਬਾਤ, ਕੁੱਟੋ ਮਾਰੋ। ਸਾਰਾ ਪਿੰਡ ਫਿਰ ਭੈਭੀਤ ਹੋ ਜਾਂਦਾ ਹੈ। ਥਾਣੇਦਾਰ ਗਾਲਾਂ ਕੱਢਦਾ ਹੈ 15-20। ਫਿਰ ਲੋਕ ਡਰ ਜਾਂਦੇ ਹਨ। ਫਿਰ ਉਹ ਕਹਿੰਦੇ ਹੈ ਜਿਹੜੀ ਫਲਾਣੇ ਦੀ ਘੋੜੀ ਚੋਰੀ ਹੋਈ ਹੈ, ਉਹ ਕਿਸਨੇ ਕੱਢੀ ਹੈ? ਇਹ ਜਿੰਨੇ ਰਾਜ ਕਰਨ ਵਾਲੇ ਨੇ, ਇਹ ਰਾਜਨੀਤੀ ਦੇ ਗੁਰ ਹਨ। ਪਹਿਲਾ ਗੁਰ, ਜੋ ਤੁਹਾਡੇ ਵੱਡੇ ਆਦਮੀ ਨੇ, ਉਹਨਾਂ ਨੂੰ ਕਤਲ ਕਰ ਦੇਣਾ ਹੈ। ਦੂਸਰਾ ਗੁਰ, ਦਬਕਾਉਣਾ, ਜਰਕਾਉਣਾ, ਭੈਭੀਤ ਕਰਨਾ। ਤੀਸਰਾ ਗੁਰ ਇਹ ਹੈ ਕਿ ਤੁਹਾਨੂੰ ਹਰ ਪਾਸਿਓਂ ਨਿਤਾਣੇ ਬਣਾ ਕੇ ਰੱਖ ਦੇਣਾ, ਖਾਸ ਤੌਰ ਤੇ ਆਰਥਿਕ ਤੌਰ ਤੇ ਨਿਤਾਣੇ ਬਣਾ ਕੇ ਰੱਖ ਦੇਣਾ। ਜਿਸ ਤਰ੍ਹਾਂ ਕਮੀਨ ਜਿਹੜੇ ਨੇ, ਇਹਨਾਂ ਨੂੰ ਨਿਤਾਣੇ ਬਣਾ ਕੇ ਰੱਖ ਲੈਣਾ। ਜ਼ਮੀਨ ਇਹਨਾਂ ਨੂੰ ਨਹੀਂ ਸੀ ਲੈਣ ਦਿੰਦੇ, ਆਪੇ ਨਿਤਾਣੇ ਹੋ ਗਏ। ਰਹਿ ਕੀ ਗਿਆ? ਜਾਇਦਾਦਾਂ ਖੋਹ ਲਵੋ, ਲੈਂਡ ਸੀਲਿੰਗ ਲਾ ਦੇਵੋ, ਟੈਕਸ ਵਧਾਈ ਜਾਓ, ਕਿਸੇ ਕੋਲ 4 ਪੈਸੇ ਜਮ੍ਹਾਂ ਨਾ ਹੋਣ ਦਿਓ। ਟਰੈਕਟਰਾਂ ਦਾ ਭਾਅ ਜਿਹੜਾ ਕਿ 4000 ਦਾ ਟਰੈਕਟਰ ਹੈ, ਉਹ ਲੱਖਾਂ ਰੁਪਏ ਦਾ ਕਰ ਦਿਓ। ਕਰ ਲਓ ਜੋ ਤੁਸੀਂ ਕਰਨਾ ਹੈ, ਲੱਗੇ ਰਹੋ, ਦਿਨ ਰਾਤ ਕਮਾਈ ਜਾਓ ਜੋ ਤੁਸੀਂ ਕਮਾਉਣਾ ਹੈ। ਜੇ ਤੁਹਾਨੂੰ ਕਦੇ ਕੁਝ ਮਿਲ ਜਾਵੇ, ਕਣਕ ਤੁਸੀਂ ਪੈਦਾ ਕਰੀ ਜਾਓ, ਕੀਮਤ ਤਾਂ ਉਸਨੇ ਮੁਕਰਰ ਕਰਨੀ ਹੈ। ਉਹ ਉਸ ਦੀ ਜਿੰਨਾ ਤੁਹਾਡਾ ਖਰਚਾ ਹੈ, ਉਸ ਨਾਲੋਂ 54 ਘੱਟ ਕੀਮਤ ਹੀ ਮੁਕਰਰ ਕਰਨਗੇ। ਮੈਨੂੰ ਆਪ ਯਾਦ ਹੈ, ਜਦੋਂ ਮੈਂ ਪਾਰਲੀਮੈਂਟ ਵਿੱਚ ਹੁੰਦਾ ਸੀ, ਮੈਂ ਗੱਲਾਂ ਕੀਤੀਆਂ ਇਸ ਪ੍ਰਾਈਜ਼ ਕਮਿਸ਼ਨਰ ਨਾਲ। ਮੈਂ ਕਿਹਾ, ਮੈਨੂੰ ਸਮਝਾਓ ਕਿਸ ਤਰ੍ਹਾਂ ਤੁਸੀਂ ਕੀਮਤ ਮੁਕਰਰ ਕਰਦੇ ਹੋ। ਉਹ ਕਾਗਜ਼ ਕੱਢ ਕੇ ਬਹਿ ਗਏ, ਬਿਊਰਾ ਜਿਹਾ। ਇਹ ਇੰਨਾ, ਇਹ ਇੰਨਾ ਫਲਾਣਾ ਫਲਾਣਾ, ਇੰਨਾ ਰੇ, ਇੰਨਾ ਪਾਣੀ, ਇੰਨਾ। ਮੈਂ ਕਿਹਾ ਇੱਕ ਆਈਟਮ ਭੁੱਲ ਗਏ। ਮੈਂ ਨਾਂ ਨਹੀਂ ਲੈਂਦਾ, ਉਹਦਾ ਬੜਾ ਵੱਡਾ ਲੀਡਰ ਹੈ। ਕਹਿੰਦਾ ਕਿਹੜਾ ਆਈਟਮ? ਮੈਂ ਕਿਹਾ ਜਿਸ ਜ਼ਮੀਨਦਾਰ ਦੇ ਕੋਲ 10 ਏਕੜ ਜ਼ਮੀਨ ਹੈ, ਉਹਨੂੰ ਤੁਸੀਂ ਇੱਕ ਆਈਟਮ ਬਣਾ ਕੇ ਗਿਣਦੇ ਹੋ ਨਾ। ਉਸ ਤੇ ਇੰਨਾ ਪਾਣੀ ਲੱਗਾ, ਇੰਨਾ ਰੇ ਲੱਗਾ, ਇੰਨਾ ਖਰਚ ਆਇਆ। ਉਹ ਖਰਚ ਤੁਸੀਂ ਫਿਰ ਕਹਿੰਦੇ ਹੋ ਕਣਕ ਉਹਦੇ ਤੋਂ ਹੋਈ ਹੈ, ਇਸ ਕਰਕੇ ਇੰਨਾ ਖਰਚਾ ਆਇਆ ਹੈ। ਇਉਂ ਗਿਣਿਆ ਨਾ ਤੁਸੀਂ। ਇਹ ਆਈਟਮ ਤੁਸੀਂ ਵਿੱਚ ਨਹੀਂ ਪਾਇਆ। ਭਾਈ ਇੱਕ ਮਣ ਕਣਕ ਪੈਦਾ ਕਰਨ ਨੂੰ ਘਰ ਦੇ ਘੱਟੋ ਘੱਟ 5 ਜੀ ਚਾਹੀਦੇ ਹਨ। ਇੱਕ ਪਿਓ ਹੋਵੇ ਜਿਹੜਾ ਹਲ ਵਾਹ ਲੈਂਦਾ ਹੋਵੇ, ਇੱਕ ਮੁੰਡਾ ਹੋਵੇ ਜਿਹੜਾ ਸੰਭਾਲਦਾ ਹੋਵੇ, ਇੱਕ ਸਾਂਝੀ ਮਜ਼ਹਬੀ ਸਿੱਖ ਹੋਵੇ ਜਿਹੜਾ ਨਾਲ ਰਲਿਆ ਹੋਵੇ। 2 ਘਰ ਦੇ ਬੱਚੇ ਚੰਗੇ ਤਕੜੇ ਚਾਹੀਦੇ ਨੇ ਜਿਹੜੇ ਗਾਈਆਂ ਮੱਝਾਂ ਨੂੰ ਪੱਠੇ ਪਾਣ। ਘਰ ਇੱਕ ਅੱਧੀ ਨੂੰਹ ਹੋਵੇ ਜਿਹੜੀ ਮੱਝੀਆਂ ਗਾਈਆਂ ਨੂੰ ਸਾਂਭਦੀ ਫਿਰੇ ਤੇ ਬਾਹਰ ਕਾਮਿਆਂ ਨੂੰ ਰੋਟੀਆਂ ਰਾਟੀਆਂ ਲੈ ਕੇ ਜਾਵੇ। ਇਹ ਸਾਰੇ ਸਾਲ ਭਰ ਲੱਗੇ ਰਹਿਣ ਤੇ ਫਿਰ ਜਦੋਂ ਹਾੜੀ ਦਾ ਜਾਂ ਵਾਢੀ ਦਾ ਵੇਲਾ ਜਾਂ ਬਜਾਈ ਦਾ ਵੇਲਾ ਆਉਂਦਾ ਹੈ, ਉਸ ਵੇਲੇ ਜਿਹੜੇ ਬਾਹਰੋਂ ਮੰਗ ਕੇ ਜਿਹੜਾ ਵਾਧੂ ਖਰਚ, ਉਹ ਐਕਸਟਰਾ ਖਰਚ, ਉਹ ਤੁਸੀਂ ਪਾਏ ਹੀ ਨਹੀਂ। ਕਹਿੰਦਾ ਮੈਨੇ ਆਪ ਕੀ ਬਾਤ ਸਮਝੀ ਨਹੀਂ। ਮੈਂ ਕਿਹਾ ਮੈਂ ਇਸ ਨੂੰ ਫਿਰ ਦੁਹਰਾਵਾਂ। ਮੈਂ ਕਿਹਾ ਉਹ ਇਸ ਤਰ੍ਹਾਂ ਇਹ ਜਿਹੜੇ 5 ਆਦਮੀ ਇਹ ਜੋ ਕੰਮ ਕਰਦੇ ਨੇ, ਇਹਨਾਂ ਦੀ ਮਿਹਨਤ ਤੇ ਮਜ਼ਦੂਰੀ ਜਿਹੜੀ ਇਹ ਕਰਦੇ ਹਨ ਵਿੱਚ ਪਾਓ। अच्छा, यह बात आप कह रहे हो। उन्होंने तो काम तो करना ही है ना, उनके अपने खेत हैं, काम तो करेंगे ना। मैं गल नूं लंबी नहीं पाउंदा खालसा जी, मैं लंबी गल नूं छोटी जी मुखत्सर करके खत्म कर देना चाहुंदा, क्योंकि वक्त ज़्यादा हुंदा चलिया जांदा है। ਇਹ ਹਨ ਜਿਹੜੇ ਕੌਮ ਨੂੰ ਮਾਰਨ ਦੇ ਢੰਗ। ਇੱਕ ਨਵਾਂ ਢੰਗ ਕੌਮਾਂ ਨੂੰ ਮਾਰਨ ਦਾ ਨਿਕਲਿਆ। ਉਹ ਅਜੇ ਸਾਡੇ ਤੇ ਅਜਮਾਇਸ਼ ਉਹਦੀ ਕੀਤੀ ਨਹੀਂ ਗਈ। ਉਸ ਨੂੰ ਕਹਿੰਦੇ ਨੇ ਜੈਨੋਸਾਈਡ, ਕੁਲਨਾਸ਼।
ਉਹ ਮਾਰਨ ਦਾ ਢੰਗ ਅਹਿਮਦ ਸ਼ਾਹ ਅਬਦਾਲੀ ਨੇ ਤੇ ਲਖਪਤ ਰਾਏ ਨੇ ਸਾਡੇ ਤੇ ਵਰਤਿਆ ਸੀ। ਬਈ ਜਿੰਨੇ ਸਿੱਖ ਨੇ ਸਾਰਿਆਂ ਦਾ ਨਾਸ ਕਰ ਦਿਓ, ਜਿੱਥੇ ਦਿਸਣ ਇਹਨਾਂ ਨੂੰ ਇਕੱਠਿਆਂ ਕਰਕੇ ਮਾਰ ਦਿਓ, ਕੋਈ ਰਹਿ ਨਾ ਜਾਏਗਾ। ਜਿਸ ਤਰ੍ਹਾਂ ਕੀੜੀਆਂ ਦੇ ਪੌਣ ਜਲਾ ਦਿੰਦੇ ਹਾਂ, ਇਸ ਤਰ੍ਹਾਂ ਅੱਜ ਕੱਲ੍ਹ ਯੂਰਪ ਦੇ ਵਿੱਚ ਯਹੂਦੀਆਂ ਨੂੰ ਹਿਟਲਰ ਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਢੰਗ ਨਹੀਂ ਵਰਤਿਆ ਗਿਆ ਸਾਡੇ ਤੇ। ਬਾਕੀ ਜਿੰਨੇ ਤਿੰਨੇ ਚਾਰੇ ਢੰਗ ਹਨ, ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਖਾਲਸਾ ਜੀ ਸਾਡੇ ਤੇ ਵਰਤੇ ਜਾ ਰਹੇ ਹਨ। ਖਾਲਸਾ ਜੀ ਆਗੂ ਹੈ, ਤੁਸੀਂ ਹੋ ਸਾਰੇ ਬੁੱਧੀਮਾਨ ਬੈਠੇ ਹੋ, ਜਿਹੜੇ ਥੋੜੀ ਬਹੁਤ ਬੀਜ ਰੂਪੀ ਬੁੱਧੀ ਗਿਆਨ ਤਾਂ ਅਕਾਲ ਪੁਰਖ ਨੇ ਸਾਰਿਆਂ ਨੂੰ ਦਿੱਤਾ ਹੋਇਆ ਹੈ। ਜਿੱਥੇ ਜ਼ਿੰਦਗੀ ਔਰ ਮੌਤ ਦਾ ਸਵਾਲ ਹੋਵੇ, ਉੱਥੇ ਬਹੁਤੀ ਵਿਦਿਆ ਦੀ, ਬਹੁਤੀਆਂ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ। ਉੱਥੇ ਹਰੇਕ ਨੂੰ ਸਮਝ ਪੈ ਜਾਂਦੀ ਹੈ, ਭਾਈ ਇਸ ਗੱਲ ਨਾਲ ਮੈਂ ਜਿਉਂਦਾ, ਇਸ ਗੱਲ ਨਾਲ ਮੈਂ ਮਰਦਾ। ਬਾਕੀ ਕਿਹੜਾ ਇਹੋ ਜਿਹਾ ਢੰਗ ਹੈ ਜਿਹੜਾ ਸਾਡੇ ਤੇ ਵਰਤਿਆ ਨਹੀਂ ਜਾ ਰਿਹਾ ਜਾਂ ਵਰਤਿਆ ਨਹੀਂ ਜਾ ਚੁੱਕਾ? ਤੁਸੀਂ ਚੁੱਪ ਕਰਕੇ ਬੈਠੇ ਹੋ ਔਰ ਮਤੇ ਪਾਸ ਕਰ ਰਹੇ ਹੋ। ਕਣਕ ਬਹੁਤ ਹੋ ਜਾਏਗੀ, ਖਾਲ ਨੂੰ ਸੀਮੈਂਟ ਲਾ ਦੇਵਾਂਗੇ, ਕਪਾਹ ਨੂੰ ਕਿਸ ਤਰ੍ਹਾਂ ਭੇਜ ਦੇਵਾਂਗੇ, ਅਸੀਂ 111 ਕਰੋੜ ਰੁਪਇਆ ਲੈ ਲਵਾਂਗੇ, ਲਿਆਓ 111 ਕਰੋੜ ਰੁਪਇਆ। ਚੰਡੀਗੜ੍ਹ ਨਾਲ ਰਲਾ ਦਿਓ, ਫਾਜ਼ਿਲਕਾ ਦਾ ਫਲਾਣਾ ਪਿੰਡ ਕੱਢ ਦਿਓ। ਇਹਨੂੰ ਤੁਸੀਂ ਕਰੋਗੇ ਕੀ? ਫਾਜ਼ਿਲਕਾ ਦੇ ਫਲਾਣੇ ਪਿੰਡ ਨੂੰ ਕੱਢ ਕੇ ਜਦੋਂ ਤੁਹਾਡੀ ਆਪਣੀ ਜ਼ਿੰਦਗੀ ਔਰ ਮੌਤ ਦਾ ਸਵਾਲ ਹੋਵੇ, ਮਰ ਗਏ ਜਿਉਂਦੇ ਰਹੋਗੇ ਠੀਕ ਹੈ, ਪਰ ਸਿੱਖ ਬਣ ਕੇ ਦਸਮ ਪਾਤਸ਼ਾਹ ਦਾ ਜਿਹੜਾ ਪਰਬਾਨੀ ਖਾਲਸਾ ਪੰਥ ਹੈ ਉਸ ਰੂਪ ਵਿੱਚ ਜਿਉਂਦੇ ਨਾ ਰਹੇ, ਤਦ ਉਸ ਨਾਲੋਂ ਅੱਜ ਮਰ ਜਾਣਾ ਚੰਗਾ। ਸਾਨੂੰ ਗੋਲੀਆਂ ਨਾਲ ਉਡਾ ਦੇਣਾ ਜ਼ਿਆਦਾ ਚੰਗਾ ਹੈ, ਬਜਾਏ ਇਸਦੇ ਕਿ ਇਸ ਤਰ੍ਹਾਂ ਤੜਫਾ ਕੇ ਮਾਰ ਦੇਣਾ। ਸੰਗਤਾਂ ਵੱਲੋਂ ਜੈਕਾਰਾ, ਬੋਲੇ ਸੋਨਿਆ, ਸਤਿ ਸ਼੍ਰੀ ਅਕਾਲ, ਨਿਰੰਕਾਰੀਆਂ ਦੀ ਗੱਲ ਚੱਲਦੀ ਹੈ। ਤੁਸੀਂ ਦੇਖਦੇ ਹੋ, ਮਖੌਲਾਂ ਕਰਕੇ ਕਿਸੇ ਨੂੰ ਮਖੌਲਾਂ ਕਰਕੇ ਤੁਸੀਂ ਉਸ ਦੀ ਅਣਖ ਅਤੇ ਉਸ ਦੀ ਜਿਹੜੀ ਸਵੈਮਾਨ ਹੈ ਉਸ ਨੂੰ ਖਤਮ ਕਰ ਦੇਣਾ। ਇਹ ਵੀ ਆਪਣੇ ਆਪ ਵਿੱਚ ਇੱਕ ਮਾਰ ਦੇਣ ਦਾ ਤਰੀਕਾ ਹੈ। ਜਿਸ ਤਰ੍ਹਾਂ ਗਰੀਬਾਂ ਦੀਆਂ ਨੂੰਹਾਂ ਧੀਆਂ ਦੀ ਕੋਈ ਬੇਇੱਜ਼ਤੀ ਕਰੇ ਤਾਂ ਉਹ ਵਿਚਾਰੇ ਕੁਝ ਕਰ ਤਾਂ ਨਹੀਂ ਸਕਦੇ। ਉਹ ਵਿਚਾਰੇ ਗਰੀਬ ਕੀ ਕਰਨ? ਉਹ ਤਾਂ ਸਾਊ ਪਿੰਡ ਦੇ ਲੋਕ ਕਹਿਣ ਨਾ ਭਾਈ ਸਾਰੀਆਂ ਭੈਣਾਂ ਧੀਆਂ ਨੂੰਹਾਂ ਇੱਕੋ ਜਿਹੀਆਂ ਹੁੰਦੀਆਂ ਹਨ, ਪਰ ਜਿਹੜਾ ਆਮ ਹੈ ਉਹ ਗਰੀਬ ਕੀ ਕਰੇ? ਉਹ ਤਾਂ ਅੱਖਾਂ ਨੀਵੀਆਂ ਕਰਕੇ ਹੀ ਚੱਲਦੇ ਹਨ। ਇਸ ਤਰ੍ਹਾਂ ਖਾਲਸਾ ਜੀ ਸਾਡੇ ਗੁਰੂ ਸਾਹਿਬਾਨ ਦੀ, ਸਾਡੇ ਧਰਮ ਦੀ ਇਹਨਾਂ ਨਿਰੰਕਾਰੀਆਂ ਨੇ ਹੱਤਕਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਰੋੜਾਂ ਰੁਪਏ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਮਿਲਦੇ ਹਨ। ਸਾਡੇ ਦੇਖਦਿਆਂ 10-15 ਸਾਲਾਂ ਦੇ ਅੰਦਰ ਇੰਨੇ ਪਵਨ ਪੰਜਾਬ ਵਿੱਚ ਉਸਰ ਗਏ, ਇੰਨੇ ਕਿ ਸਾਰੀ 2 ਕਰੋੜ ਦੀ ਸਿੱਖ ਕੌਮ ਜਿਹੜੀ ਹੈ ਉਹ ਇੰਨੇ ਗੁਰਦੁਆਰੇ ਨਹੀਂ ਆਬਾਦ ਕਰ ਸਕੀ ਔਰ ਇੰਨੇ ਉਹਨਾਂ ਦੇ ਮਿਸ਼ਨ ਸਥਾਪਿਤ ਹੋ ਗਏ ਨੇ। ਕਦੇ ਕਿਸੇ ਵੇਲੇ ਬੈਠ ਕੇ ਸੋਚੇ ਤਾਂ ਸਹੀ ਕਿ ਭਾਈ ਇਹ ਕੀ ਰੋਗ ਹੈ? ਕਿਹੜਾ ਖਾਲਸਾ ਪੰਥ ਜਿਹੜਾ ਖਾਲਸਾ ਪੰਥ ਨੂੰ ਤਬਾਹ ਕਰਨ ਵਾਸਤੇ ਲੱਗਿਆ ਹੋਇਆ ਹੈ? ਇਸ ਰੋਗ ਨੂੰ ਖਤਮ ਕਰਨ ਦਾ ਇਲਾਜ ਇਹ ਨਹੀਂ ਕਿ ਅਵਤਾਰ ਬਾਣੀ ਜ਼ਬਤ ਕਰ ਲਓ, ਫਲਾਣੀ ਕਿਤਾਬ ਪੜ੍ਹ ਲਵੋ। ਜਾਣਦਾ ਕੌਣ ਹੈ ਅਵਤਾਰ ਬਾਣੀ ਨੂੰ? ਪੜ੍ਹੀ ਕਿਸਨੇ ਕੀ ਸੀ? ਗੱਲ ਵਿੱਚੋਂ ਭੇਦ ਦੀ ਹੋਰ ਹੈ। ਉਸ ਭੇਦ ਦੀ ਗੱਲ ਨੂੰ ਖਾਲਸਾ ਜੀ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੋਰ ਉਹ ਕੀ ਕਹਿੰਦੇ ਹਨ? ये तो जी हम क्या करें, हम तो जी सेकुलर हैं, वो उनका अपना धर्म है, वो अपने धर्म का प्रचार करें, तुम वहाँ क्यों जाते हो? मैं छोटा ਜਿਹਾ ਸਵਾਲ ਤੁਹਾਨੂੰ ਦੱਸਦਾ ਹਾਂ ਸਾਰਿਆਂ ਨੂੰ। ਨਾਗਾਲੈਂਡ ਇੱਕ ਸਟੇਟ ਹੈ। ਜਦੋਂ 1947 ਆਇਆ, ਇਸ ਤੋਂ ਪਹਿਲਾਂ 40-50 ਸਾਲ ਅੰਗਰੇਜ਼ ਮਿਸ਼ਨਰੀ, ਜਿਹੜੇ ਯੂਰਪੀ ਮਿਸ਼ਨਰੀ, ਫਰੰਗੀ ਮਿਸ਼ਨਰੀ, ਉਹਨਾਂ ਪ੍ਰਚਾਰ ਕਰਕੇ ਉਹ 60-70% ਜਿਹੜੀ ਆਬਾਦੀ ਸੀ ਉਹਨਾਂ ਨੂੰ ਈਸਾਈ ਬਣਾ ਲਿਆ ਅਤੇ ਜਿਹੜੇ ਚੰਗੇ ਬੁੱਧੀਮਾਨ ਈਸਾਈ ਬਣੇ ਹਨ, ਮੈਂ ਆਪ ਦੇਖਿਆ ਉੱਥੇ ਜਾ ਕੇ, ਨਾਗੇ ਨੰਗੇ ਨਹੀਂ ਹਨ, ਬੜੇ ਪੜ੍ਹੇ ਲਿਖੇ, ਬੜੇ ਗੋਰੇ ਰੰਗ, ਉਹਨਾਂ ਦੇ MA BA ਪਾਸ ਪੜ੍ਹੇ ਹਨ। ਕੁੜੀਆਂ ਉਹਨਾਂ ਦੀਆਂ ਟਿਪ ਕਰਦੀਆਂ ਪਬਲਿਕ ਸਕੂਲਾਂ ਵਿੱਚ ਪੜ੍ਹਦੀਆਂ ਤੁਰਦੀਆਂ ਫਿਰਦੀਆਂ ਹਨ। ਉਹਨਾਂ ਨੇ ਹੁਣ ਲਿਖਾ ਲਿਆ ਕਿ ਉਹਨਾਂ ਦੀ ਜ਼ੁਬਾਨ ਮਾਤਰੀ ਭਾਸ਼ਾ ਅੰਗਰੇਜ਼ੀ ਹੈ। ਉਸਨੇ ਸੰਵਿਧਾਨ ਦੇ ਵਿੱਚ ਲਿਖਵਾ ਲਿਆ ਹੈ। ਇਹ ਗੱਲ 1947 ਦੀ ਹੈ। 1947 ਵਿੱਚ ਬੈਠ ਕੇ ਜਿਸ ਵੇਲੇ ਇਹਨਾਂ ਨੇ ਰਾਜ ਉੱਤੇ ਕਬਜ਼ਾ ਕਰ ਲਿਆ, ਦਿੱਲੀ ਵਾਲਿਆਂ ਨੇ ਪਹਿਲੀ ਗੱਲ ਇਹ ਕੀਤੀ, ਉਹਦਾ ਕੀ ਕਰੀਏ ਨਾਗਾਲੈਂਡ ਦਾ? ਉਹਨਾਂ ਨੇ ਜਿਹੜੇ ਸਿਆਣੇ ਬੁੱਧੀਮਾਨ ਸੀ, ਉਹਨਾਂ ਨੇ ਕਿਹਾ ਕੋਈ ਇਲਾਜ ਨਹੀਂ ਸਿਵਾਏ ਇਸਦੇ ਕਿ ਉਹ ਦੁਬਾਰਾ ਹਿੰਦੂ ਬਣ ਜਾਣ। ਉਹਨਾਂ ਨੇ ਚਿੱਠੀ ਲਿਖੀ, ਮੈਂ ਜੋ ਅੰਦਰਲੇ ਭੇਦ ਕਹਾਂਗਾ ਉਹ ਠੀਕ ਹਨ। ਮੈਂ ਸਭ ਦੇ ਸਾਹਮਣੇ ਲੱਖਾਂ ਆਦਮੀ ਬੈਠੇ ਨੇ,
मैं कह रहा कोई इनू दसो कॉन्ट्राडिक्ट करके कि मैं जो कह रहा झूठ है। मैं दसांगा किथे किथे शहादत इदी पई है। बैठ के कैप्टन ने कहा कि इलाज इको ही है, दोबारा हिंदू बन जाण। दोबारा हिंदू किस तरह बनन? उन्हां कहा मिशन वाले हन जिहड़े रामा कृष्ण मिशन वाले, उन्हां नूं कहो ਉਹ ਜਾ ਕੇ ਉੱਥੇ ਪ੍ਰਚਾਰ ਕਰਨ। ਰਾਮਾ ਕਿਸ਼ਨ ਮਿਸ਼ਨ ਨੂੰ ਕਿਹਾ ਭਾਈ ਤੁਹਾਨੂੰ 2 ਕਰੋੜ ਰੁਪਈਆ ਅਸੀਂ ਹਰ ਸਾਲ ਦੇਵਾਂਗੇ, ਫਿਰ ਲੋੜ ਪਈ ਤਾਂ ਅਸੀਂ ਹੋਰ ਵੀ ਦੇਵਾਂਗੇ, ਤੁਸੀਂ ਉੱਥੇ ਜਾ ਕੇ ਇਹ ਪ੍ਰਚਾਰ ਕਰੋ। ਉਹ ਪੜ੍ਹੇ ਲਿਖੇ ਆਦਮੀ ਸੀ। ਉਹਨਾਂ ਨੇ ਸੋਚ ਕੇ ਕਹਿਣ ਲੱਗੇ। ਉਹਨਾਂ ਨੇ ਜਵਾਬ ਦਿੱਤਾ 2 ਮਹੀਨਿਆਂ ਬਾਅਦ ਇਹ ਕੰਮ ਸਾਡੇ ਕਰਨ ਦਾ ਨਹੀਂ। ਅਸੀਂ ਪ੍ਰਚਾਰ ਕਰਕੇ ਲੋਕਾਂ ਦੇ ਧਰਮ ਦੇ ਵਿੱਚ ਪਰਿਵਰਤਨ ਨਹੀਂ ਕਰਦੇ। ਅਸੀਂ ਤਾਂ ਜਿਹੜਾ ਹਿੰਦੂ ਧਰਮ ਹੈ ਇਸਦੇ ਜਿਹੜੇ ਉੱਚਤਮ ਗੁਣ ਹਨ ਉਹਨਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਾਂ। ਸਾਡੇ ਨਿਯਮ ਇਸ ਪ੍ਰਕਾਰ ਬਣੇ ਹੋਏ ਹਨ। ਫਿਰ ਖਾਲਸਾ ਜੀ ਉਹੀ 2 ਕਰੋੜ ਰੁਪਇਆ ਪਹਿਲੇ ਸਾਲ ਤਾਂ 2 ਕਰੋੜ ਮਿਲਿਆ ਸੀ, ਹੁਣ ਮੈਨੂੰ ਪਤਾ ਨਹੀਂ 20 ਕਰੋੜ ਮਿਲਦਾ ਹੈ ਜਾਂ 100 ਕਰੋੜ ਮਿਲਦਾ ਹੈ। ਰੁਪਏ ਤਾਂ ਆਮ ਪਏ ਹੋਏ ਹਨ, ਕਾਗਜ਼ ਹੀ ਛਾਪ ਲੈਣੇ ਹਨ। ਉਹਨਾਂ ਫਿਰ ਆਰੀਆ ਸਮਾਜ ਦੇ ਜਿੰਮੇ ਗੱਲ ਲਾਈ। ਆਰੀਆ ਸਮਾਜ ਦੇ ਪ੍ਰਚਾਰਕ ਨਾਗਾਲੈਂਡ ਦੇ ਵਿੱਚ ਫਿਰ ਰਹੇ ਹਨ। ਕਿੰਨੀ ਕਾਮਯਾਬੀ ਹੋਈ ਮੈਂ ਕਹਿ ਨਹੀਂ ਸਕਦਾ। ਸੈਕੂਲਰਿਜ਼ਮ ਜਿਹੜਾ ਹੈ ਇਹ ਸਾਡੇ ਸਿੱਖਾਂ ਲਈ ਹੈ, ਉਹਨਾਂ ਲਈ ਨਹੀਂ। ਹੁਣ 6 ਮਹੀਨੇ ਹੋਏ ਨੇ, ਹੁਣੇ ਇੱਕ ਐਕਟ ਬਣਿਆ, ਅਜੇ ਮਨਜ਼ੂਰੀ ਨਹੀਂ ਮਿਲੀ ਰਾਸ਼ਟਰਪਤੀ ਸਾਡੇ ਦੀ। ਐਕਟ ਹੈਗਾ ਇੰਡੀਜਸ ਰਿਲੀਜਨ ਪ੍ਰੋਟੈਕਸ਼ਨ ਐਕਟ, ਜਿਹੜਾ ਪੁਰਾਣਾ ਸਥਾਨਕ ਸਨਾਤਨ ਧਰਮ ਹੈ ਉਸ ਦੀ ਰੱਖਿਆ ਵਾਸਤੇ ਵਿਧਾਨ ਔਰ ਕਾਨੂੰਨ ਉਹ ਬਣ ਜਾਵੇਗਾ ਕਿ ਹਿੰਦੂ ਨੂੰ ਜਿਹੜਾ ਵੀ ਕੋਈ ਕਿਸੇ ਧਰਮ ਦੇ ਵਿੱਚ ਲਿਆਉਣਾ ਚਾਹਵੇ ਉਹਨੂੰ ਇੰਨੀ ਕੈਦ ਅਤੇ ਇੰਨਾ ਜੁਰਮਾਨਾ ਹੋਵੇਗਾ। ਇਹ ਸੈਕੂਲਰਿਜ਼ਮ ਹੈ। ਜਿਹੜੇ ਗੁਰਬਚਨ ਸਿੰਘ ਤੇ ਇਹ ਟਿੱਟਪੁੰਜੇ ਜਿਹੜੇ ਹੈਗੇ ਨੇ, ਇਹ ਜਦੋਂ ਗੁਰੂਆਂ ਦਾ ਅਪਮਾਨ ਕਰਦੇ ਨੇ, ਸਾਰੇ ਸਿੱਖਾਂ ਦਾ ਮੂੰਹ ਚੜਾਉਂਦੇ ਔਰ ਸਾਡੇ ਕੇਂਦਰਾਂ ਵਿੱਚ ਜਾ ਕੇ ਸਾਰੇ ਪੰਥ ਜਿਹੜੇ ਪੰਥ ਨੇ ਇਸ ਖਿੱਤੇ ਤੇ ਰਾਜ ਕੀਤਾ ਹੋਇਆ ਅਤੇ 2 ਸ਼ਹਿਨਸ਼ਾਹੀਆਂ ਗਰਾਰਤ ਕੀਤੀਆਂ ਹਨ, ਪਠਾਣਾ ਅਤੇ ਮੁਗਲਾਂ ਦੀ, ਅਤੇ ਅੰਗਰੇਜ਼ ਉੱਤੇ ਐਸਾ ਤਹਿਲਕਾ ਮਚਾਇਆ ਕਿ 100 ਸਾਲ ਕੰਬਦੇ ਰਹੇ। ਅੰਗਰੇਜ਼ ਅੰਦਰੋਂ ਅੰਦਰ ਭਾਵੇਂ ਉੱਪਰੋਂ ਕੁਝ ਕਰਦੇ ਰਹੇ। ਇਹ ਸਿੱਖ ਸਾਡੇ ਖਿਲਾਫ ਨਾ ਹੋ ਜਾਣ, ਇਸ ਤਰ੍ਹਾਂ ਇਹ ਸਾਡੇ ਧਰਮ ਕੇਂਦਰਾਂ ਦੇ ਵਿੱਚ ਕਰਦੇ ਨੇ। ਔਰ ਜੇ ਅਸੀਂ ਕੁਝ ਕਹੀਏ ਕਹਿੰਦੇ ਨੇ ਆਪ ਵਹਾਂ ਲੈਣੇ ਕਿਆ ਗਏ ਥੇ। ਮੈਂ ਖਾਲਸਾ ਜੀ ਸਮਾਂ ਹੈ ਨਹੀਂ ਗੱਲ ਨੂੰ ਬਹੁਤਾ ਵਧਾਉਂਦਾ ਨਹੀਂ। ਜੇ ਮੈਂ ਪਹਿਲਾਂ ਬੋਲਦਾ ਤਾਂ ਘੰਟਾ ਤੁਹਾਡੇ ਨਾਲ ਲੰਬੀਆਂ ਚੌੜੀਆਂ ਗੱਲਾਂ ਕਰਨੀਆਂ ਸੀ। ਹੁਣ ਮੈਂ ਮੁਕਾਉਣਾ ਸਿਰਫ ਇਤਨੀ ਗੱਲ ਕਹਿ ਕੇ ਹੈ। ਉਹ ਪੰਥ ਦੇ ਜਿਹੜੇ ਸਾਡੇ ਮਹਾਨ ਆਗੂ ਹਨ ਉਹਨਾਂ ਨੂੰ ਵੀ, ਤੁਸੀਂ ਜਿਹੜਾ ਸਾਰਾ ਪੰਥ ਇਕੱਠਾ ਹੋਇਆ ਹੈ ਤੁਹਾਨੂੰ ਵੀ ਮੈਂ ਮੁਬਾਰਕਬਾਦ ਵੀ ਦਿੰਦਾ ਹਾਂ ਕਿ ਤੁਹਾਡੇ ਵਿੱਚ ਅਜੇ ਜਿਹੜੀ ਸਾਹਿਬ ਦਸਮ ਪਾਤਸ਼ਾਹ ਨੇ ਅਗਨੀ ਪ੍ਰਜਵਲਿਤ ਕੀਤੀ ਹੈ ਉਹ ਮੌਜੂਦ ਹੈ, ਬੁਝੀ ਨਹੀਂ। ਇਹ ਬੜੀ ਵੱਡੀ ਗੱਲ ਹੈ। ਇਹ ਆਸ ਤੇ ਟਿਕੇ ਰਹੋ, ਦਸਮ ਪਾਤਸ਼ਾਹ ਆਪ ਆ ਕੇ ਤੁਹਾਡੀ ਰੱਖਿਆ ਕਰਨਗੇ ਤੇ ਕੋਈ ਐਸਾ ਚਮਤਕਾਰ ਦਿਖਾਉਣਗੇ ਕਿ ਜਿਹੜੀ ਪੀੜ ਦੇ ਵਿੱਚ ਤੁਸੀਂ ਫਸ ਗਏ ਹੋ, ਜਿਨ੍ਹਾਂ ਮੁਸੀਬਤਾਂ ਦੇ ਵਿੱਚ ਤੁਸੀਂ ਇਸ ਵੇਲੇ ਘਿਰ ਗਏ ਹੋ, ਉਹਨਾਂ ਤੋਂ ਗੁਰੂ ਤੁਹਾਡਾ ਛੁਟਕਾਰਾ ਕਰੇਗਾ। ਜੈਕਾਰਾ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਤੇ ਦੂਜਾ ਮੈਂ ਸਵਾਲ ਵੀ ਪੁੱਛਦਾ ਹਾਂ ਤੇ ਕਹਿੰਦਾ ਵੀ ਹਾਂ, ਸਾਰੇ ਮਤੇ ਪਾਸ ਕੀਤੇ ਹਨ, ਬੜੇ ਚੰਗੇ ਹਨ, ਕਿਸੇ ਮਤੇ ਨਾਲ ਮੈਂ ਅਸਹਿਮਤ ਨਹੀਂ। ਇਹ ਨਹੀਂ ਕਿ ਫਲਾਣੇ ਮਤੇ ਦੇ ਮੈਂ ਵਿਰੁੱਧ ਹਾਂ, ਬੜੇ ਸੋਹਣੇ ਮਤੇ ਪਾਸ ਕੀਤੇ ਹਨ। ਮੈਨੂੰ ਆਗਿਆ ਕਰਦੇ ਮੈਂ ਉਹਨਾਂ ਦੀ ਪ੍ਰੋੜਤਾ ਕਰ ਦੇਣੀ ਸੀ। ਜਿਹੜੇ ਮਤੇ ਦੀ ਕਹਿੰਦੇ ਮੈਂ ਉਹਦੀ ਪ੍ਰੋੜਤਾ ਕਰ ਦੇਣੀ ਸੀ। ਕੋਈ ਮਤਾ ਹੈ ਹੀ ਨਹੀਂ ਸੀ ਐਸਾ ਜਿਹੜਾ ਸਿੱਖਾਂ ਦੇ ਹਿੱਤਾਂ ਵਿੱਚ ਨਾ ਹੋਵੇ। ਪਰ ਮੈਂ ਇਹਨਾਂ ਅਕਾਲੀ ਲੀਡਰਾਂ ਤੋਂ ਪੁੱਛਦਾ ਹਾਂ ਕਿ ਅਸਲੀ ਮਤਾ ਜਿਹੜਾ ਹੈ, ਇੱਕ ਮਤਾ, ਬੁਨਿਆਦੀ ਮਤਾ, ਮੂਲ ਮਤਾ, ਸਿੱਖ ਜਿਸ ਕੁੜੀਕੀ ਵਿੱਚ ਫਸੇ ਹੋਏ ਹਨ, ਜਿਹੜੀ ਕੁੜੀਕੀ ਸਿੱਖਾਂ ਦਾ ਸਰਵਨਾਸ਼ ਕਰਨ ਦੇ ਸਮਰੱਥ ਹੈ, ਜਿਹੜੀ ਕੁੜੀਕੀ ਨੇ ਸਿੱਖਾਂ ਦੀ ਸੰਗੀ ਨੂੰ ਘੁੱਟ ਕੇ ਉਹਨਾਂ ਦਾ ਸਾਹ ਇਸ ਵੇਲੇ ਨੱਦ ਤੱਕ ਲਿਆਂਦਾ ਹੋਇਆ ਹੈ, ਉਹ ਕੁੜੀਕੀ ਤੋਂ ਛੁਟਕਾਰਾ ਪਾਉਣ ਲਈ ਤੁਹਾਡੇ ਕੋਲ ਕੋਈ ਚਾਲ, ਕੋਈ ਖਿਆਲ, ਕੋਈ ਮਤਾ ਹੈ? ਬਸ ਇਹੋ ਪ੍ਰਸ਼ਨ ਪੁੱਛ ਕੇ ਮੈਂ ਤੁਹਾਡੇ ਤੋਂ ਆਗਿਆ ਮੰਗਦਾ ਹਾਂ ਤੇ ਕਹਿੰਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਸੁਣ ਰਹੇ ਸੀ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਬਿਕਮੈ ਅੰਮ੍ਰਿਤ ਦਾ 6ਵਾਂ ਅਧਿਆਇ, ਹਿੰਦੂ ਸਿੱਖ ਏਕਤਾ, ਜਿਸ ਵਿੱਚ ਲੇਖਕ ਸਰਦਾਰ ਕਪੂਰ ਸਿੰਘ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਕੁਝ ਧਰਮ ਦੇ ਮਨੋਵਿਗਿਆਨੀ ਕਿਸ ਤਰ੍ਹਾਂ ਸਿੱਖਾਂ ਦੇ ਦਿਮਾਗ ਨਾਲ ਖੇਡ ਰਹੇ ਨੇ, ਅਤੇ ਅਖੀਰ ਵਿੱਚ ਉਹਨਾਂ ਨੇਤਾਵਾਂ ਅੱਗੇ ਕੁਝ ਸਵਾਲ ਵੀ ਛੱਡੇ ਨੇ। YouTube ਚੈਨਲ ਅਕਾਲ ਆਡੀਓ ਬੁੱਕਸ ਤੇ ਹੁਣ ਜਲਦੀ ਹੀ ਲੈ ਕੇ ਆਵਾਂਗੇ
ਕਿਤਾਬ ਬਿਕਮੈ ਅੰਮ੍ਰਿਤ ਦਾ 7ਵਾਂ ਤੇ ਆਖਰੀ ਅਧਿਆਇ, ਜਿਸ ਦਾ ਸਿਰਲੇਖ ਹੈ ਅਨੰਦਪੁਰ ਸਾਹਿਬ ਦਾ ਮਤਾ। ਤਦ ਤੱਕ ਲਈ ਮੈਨੂੰ ਸੰਦੀਪ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।